ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪਾਰਲੀਮੈਂਟ ਸੈਸ਼ਨ ਅਤੇ ਜਮਹੂਰੀਅਤ ਦੇ ਕਤਲ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਸ਼ੁਕਰੀਆ। ਹਮੀਰ ਜੀ, ਕਰੋਨਾ ਮਹਾਮਾਰੀ ਦੇ ਦੌਰਾਨ ਪਿਛਲੇ ਦਿਨੀ ਜਿਹੜਾ ਹੈਗਾ ਸੂਬਾ ਸਰਕਾਰਾਂ ਨੇ ਵਾਰੋ-ਵਾਰੀ ਜਿਹੜਾ ਹੈਗਾ ਵਿਧਾਨ ਸਭਾ ਸੈਸ਼ਨ ਸੱਦੇ ਸੀਗੇ ਤੇ ਹੁਣ ਕੇਂਦਰ ਸਰਕਾਰ ਵੀ ਜਿਹੜਾ ਹੈਗਾ ਆਪਣਾ ਮੌਨਸੂਨ ਇਜਲਾਸ ਸੱਦਣ ਜਾ ਰਿਹਾ। ਇਸ ਦੇ ਵਿੱਚ ਕਿਹੋ ਜਿਹੇ ਮੁੱਦੇ ਜਿਹੜੇ ਹੈਗੇ ਮੁੱਖ ਰਹਿਣ ਦੀ ਸੰਭਾਵਨਾ ਹੈ? ਇਹਦੇ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਵਾਰ ਕੇਂਦਰ ਸਰਕਾਰ ਨੇ ਪਹਿਲੀ ਵਾਰ ਹੋਇਆ ਵੀ ਕਿ ਨਾ ਤਾਂ ਪ੍ਰਸ਼ਨ ਕਾਲ ਰੱਖਿਆ ਤੇ ਨਾ ਹੀ ਜਿਹੜਾ ਸਿਫਰ ਕਾਲ ਦਾ ਸਮਾਂ ਜਿਹੜਾ ਉਹ ਵੀ ਖਤਮ ਕਰ ਦਿੱਤਾ ਗਿਆ। ਇਹਨੂੰ ਕਿਵੇਂ ਦੇਖਿਆ ਜਾਵੇਗਾ? ਅਸਲ ਦੇ ਵਿੱਚ ਇਹ ਹੈ ਕਿ ਵੈਸੇ ਤਾਂ ਹੁਣ ਕਾਫੀ ਚੀਜ਼ਾਂ, ਕਿਉਂਕਿ ਪਤਾ ਲੱਗ ਗਿਆ ਕਿ ਅਰਥ ਵਿਵਸਥਾ ਡਾਊਨ ਆ ਰਹੀ ਹੈ ਤੇ ਉਹਦੇ ਕਰਕੇ ਖੋਲ੍ਹਿਆ ਜਿਹੜਾ ਬਾਕੀ ਜਗ੍ਹਾ ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਵੀ ਇੱਕ ਦਿਨ 'ਚ ਕਰਕੇ, ਕਿਉਂਕਿ ਕੋਈ ਸੰਵਿਧਾਨਕ ਲੋੜ ਪੂਰੀ ਕੀਤੀ ਹੈ ਜਿਹਦੇ 'ਚ ਲਿਖਿਆ ਗਿਆ ਕਿ 6 ਮਹੀਨੇ ਤੋਂ ਜ਼ਿਆਦਾ ਸਮਾਂ ਤੁਸੀਂ ਸੈਸ਼ਨ ਬੁਲਾਏ ਬਿਨਾਂ ਨਹੀਂ ਟਪਾ ਸਕਦੇ। ਉਸੇ ਤਰ੍ਹਾਂ ਹੀ ਹੁਣ ਕੇਂਦਰ ਸਰਕਾਰ ਕਰ ਰਹੀ ਹੈ, ਜਿਹੜੀ 14 ਸਤੰਬਰ ਤੋਂ ਸੈਸ਼ਨ ਬੁਲਾਇਆ ਹੈ। ਪਰ ਸਵਾਲ ਇਹ ਹੈ, ਜੇ 14 ਸਤੰਬਰ ਤੋਂ 1 ਅਕਤੂਬਰ ਤੱਕ ਤੁਸੀਂ ਸੈਸ਼ਨ ਬੁਲਾਇਆ ਵੀ ਹੈ, ਉਹਦੇ ਵਿੱਚੋਂ ਪ੍ਰਸ਼ਨ ਕਾਲ, ਜ਼ੀਰੋ ਆਵਰ ਜਾਂ ਪ੍ਰਾਈਵੇਟ ਮੈਂਬਰ ਬਿੱਲ ਇਹ ਕਿਉਂ ਕੱਟ ਰਹੇ ਹੋ? ਇਹਦੇ ਪਿੱਛੇ ਦਲੀਲ ਕੀ ਹੈ? ਇਹ ਤਿੰਨੋਂ ਚੀਜ਼ਾਂ ਉਹ ਨੇ ਜਿਹੜੀਆਂ ਚੀਜ਼ਾਂ ਵਿਰੋਧੀ ਧਿਰ ਦੇ ਹੱਥ 'ਚ ਜ਼ਿਆਦਾ ਹੁੰਦੀਆਂ ਨੇ ਤੇ ਜਿਹੜੇ ਲੋਕਾਂ ਦੇ ਮੁੱਦਿਆਂ ਦਾ ਸਵਾਲ ਹੈ। ਪ੍ਰਸ਼ਨ ਕਾਲ 'ਤੇ 15 ਦਿਨ ਪਹਿਲਾਂ ਲਿਖ ਕੇ ਪ੍ਰਸ਼ਨ ਦੇਣਾ ਹੁੰਦਾ ਤੇ ਕੁਝ ਪ੍ਰਸ਼ਨ ਸਟਾਰਟ ਕੁਐਸਚਨ ਜਿਹਨਾਂ ਨੂੰ ਕਹਿੰਦੇ ਆ, ਉਹਦਾ ਜਵਾਬ ਸਪਲੀਮੈਂਟਰੀ ਸਵਾਲਾਂ ਦਾ ਵੀ ਦੇਣਾ ਹੁੰਦਾ ਤੇ ਦੂਜਿਆਂ ਦਾ ਤਾਂ ਜਵਾਬ ਇਕੱਲਾ ਲਿਖਤੀ ਦੇ ਕੇ ਚੱਲ ਜਾਂਦਾ। ਤੇ ਉਹਦੇ 'ਚ ਕਿਹੜਾ ਕਰੋਨਾ ਜ਼ਿਆਦਾ ਕਿਵੇਂ ਆ ਜਾਊਗਾ ਪਾਰਲੀਮੈਂਟ ਦੇ ਵਿੱਚ, ਜੇਕਰ ਕੋਈ ਕੁਐਸਚਨ ਮਤਲਬ ਪੁੱਛਦਾ ਆਪਣੀ ਸੀਟ 'ਤੇ ਖੜ੍ਹ ਕੇ ਪੁੱਛਦਾ ਉਸੇ ਤਰੀਕੇ ਦੇ ਨਾਲ। ਦੂਜੀ ਗੱਲ ਇਹ ਹੈ ਕਿ ਜ਼ੀਰੋ ਆਵਰ ਉਹ ਹੁੰਦਾ ਜਿਹਦੇ 'ਚ ਤੁਰੰਤ ਤੁਸੀਂ ਕੋਈ ਵੀ ਮੁੱਦਾ, ਭਖਵਾਂ ਮੁੱਦਾ, ਚਾਹੇ ਕਿਸੇ ਐਮਪੀ ਦੇ ਆਪਣੇ ਹਲਕੇ ਦਾ ਹੈ, ਚਾਹੇ ਉਹ ਕਿਸੇ ਵੀ ਹੋਰ ਸੂਬੇ ਜਾਂ ਦੇਸ਼ ਨਾਲ ਸੰਬੰਧਿਤ ਜਾਂ ਇੰਟਰਨੈਸ਼ਨਲ ਇਹੋ ਜਿਹਾ ਹੋਵੇ ਜਿਹੜਾ ਪ੍ਰਭਾਵਿਤ ਕਰਦਾ ਹੋਵੇ ਲੋਕਾਂ ਨੂੰ, ਉਹਨੂੰ ਉਠਾਇਆ ਜਾ ਸਕਦਾ। ਤੁਸੀਂ ਉਹ ਹੱਕ ਵੀ ਜੇ ਮਤਲਬ ਖੋਹ ਲੈਂਦੇ ਹੋ ਤਾਂ ਇਹਦਾ ਮਤਲਬ ਲੋਕਾਂ ਨੂੰ ਹੁਣ ਐਟ ਪ੍ਰੈਜੈਂਟ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਸੁਣਨ ਤੋਂ ਵੀ ਤੁਸੀਂ ਆਨਾਕਾਨੀ ਕਰ ਰਹੇ ਹੋ। ਪ੍ਰਾਈਵੇਟ ਮੈਂਬਰ ਬਿੱਲ ਦਾ ਵੀ ਇਹੀ ਸਵਾਲ ਹੈ। ਪ੍ਰਾਈਵੇਟ ਮੈਂਬਰ ਬਿੱਲ ਨੂੰ ਵੀ ਤੁਸੀਂ ਦੱਬ ਦੇਣਾ ਚਾਹੁੰਦੇ ਹੋ, ਕਿਉਂਕਿ ਜਿਹੜੇ ਬਾਕੀ ਆਪੋਜੀਸ਼ਨ ਹੈ ਜਾਂ ਈਵਨ ਸੱਤਾਧਾਰੀ ਧਿਰ ਦੇ ਵੀ ਐਮਪੀਆਂ ਨੂੰ ਇਹ ਹੱਕ ਹੁੰਦਾ ਕਿ ਜੋ ਉਹ ਚਾਹਣ ਆਪਣੇ ਵੱਲੋਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰ ਸਕਦੇ ਨੇ, ਉਹ 'ਤੇ ਡਿਬੇਟ ਹੋਏਗੀ ਔਰ ਸਰਕਾਰਾਂ ਨੂੰ ਕਈ ਵਾਰ ਸਰਕਾਰਾਂ ਉਹਨਾਂ ਬਿੱਲਾਂ ਨੂੰ ਅਪਣਾ ਵੀ ਲੈਂਦੀਆਂ ਨੇ ਤੇ ਉਹ ਕਾਨੂੰਨ ਬਣ ਜਾਂਦਾ। ਤੁਸੀਂ ਉਹ ਸਾਰੇ ਜਿਹੜਾ ਐਮਪੀਆਂ ਦਾ ਹੱਕ ਮਾਰ ਰਹੇ ਹੋ, ਲੋਕਾਂ ਦੀ ਆਵਾਜ਼ ਜਿਹੜੀ ਜਾਣੀ ਸੀ ਉਹਨੂੰ ਕਰ ਰਹੇ ਹੋ। ਇਸੇ ਕਰਕੇ ਇਹਨੂੰ ਵਿਰੋਧੀ ਧਿਰ ਨੇ ਕਿਹਾ ਕਿ ਇਹ ਜਮਹੂਰੀਅਤ ਦਾ ਕਤਲ ਹੈ, ਮਰਡਰ ਆਫ ਡੈਮੋਕ੍ਰੇਸੀ ਹੈ। ਤੇ ਜਮਹੂਰੀਅਤ ਜਿਹੜੀ ਹੈ ਉਹ ਕੇਵਲ ਇੱਕ ਸੈਸ਼ਨ ਦਾ ਤਾਂ ਸਵਾਲ ਇਕੱਲੇ ਦਾ ਨਹੀਂ ਹੈ, ਇਹ ਲਗਾਤਾਰ ਪ੍ਰਕਿਰਿਆ ਇੱਕ ਜਿਹਦੇ 'ਚੋਂ ਲਗਾਤਾਰ ਜਿਹੜੀਆਂ ਸੈਸ਼ਨ ਦੀਆਂ ਬੈਠਕਾਂ ਨੇ, ਚਾਹੇ ਉਹ ਪਾਰਲੀਮੈਂਟ ਦੀਆਂ ਨੇ ਚਾਹੇ ਉਹ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਨੇ, ਉਹਨਾਂ ਦੀ ਟਾਈਮਿੰਗ ਘੱਟ ਲੱਗਦੀ ਰਹੀ ਹੈ। ਉਹ ਲਗਾਤਾਰ ਉਹਦੀਆਂ ਬੈਠਕਾਂ ਨੇ ਜਿਹੜੀਆਂ ਸਿਟਿੰਗਸ ਨੇ ਉਹ ਘਟਦੀਆਂ ਆ ਰਹੀਆਂ ਨੇ। ਔਰ ਜਿਵੇਂ ਪਹਿਲੀਆਂ ਜਿਹੜੀਆਂ ਲੋਕ ਸਭਾ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਤਾਂ ਲਗਭਗ 5 ਸਾਲਾਂ ਦੀ ਲੋਕ ਸਭਾ ਦਾ ਇੱਕ ਟੈਨਿਓਰ ਜਿਹੜਾ ਹੁੰਦਾ ਹੈ, ਤੇ ਜੇ ਪਿਛਲੀ ਮੋਦੀ ਸਰਕਾਰ ਦਾ ਟੈਨਿਓਰ ਛੱਡ ਕੇ ਜਿਹੜੀ 16ਵੀਂ ਲੋਕ ਸਭਾ ਸੀ, ਹੁਣ 17ਵੀਂ ਚੱਲ ਰਹੀ ਹੈ, ਤਾਂ 15ਵੀਂ ਤੱਕ ਔਸਤਨ 368 ਦਿਨ 468 ਦਿਨ ਜਿਹੜੇ ਨੇ ਉਹ 5 ਸਾਲਾਂ ਦੇ ਵਿੱਚ ਲੋਕ ਸਭਾ ਬੈਠਦੀ ਰਹੀ ਹੈ, ਮਤਲਬ 90 ਦਿਨਾਂ ਤੋਂ ਵੱਧ ਸਮੇਂ ਲਈ ਸਾਲ ਦੇ ਵਿੱਚ। ਤੇ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਉਹ ਬੈਠੀ। ਇਸੇ ਤਰ੍ਹਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ, ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਲਗਾਤਾਰ ਹੁਣ ਇੱਕ ਐਵਰੇਜ ਜਿਹੜੀ ਪਿਛਲੇ 2 ਸਾਲ ਪਹਿਲਾਂ ਇੱਕ ਰਿਪੋਰਟ ਆਈ ਸੀ ਕਿ ਲਗਭਗ 24 ਕੁ ਦਿਨ ਜੁੜਦੀ ਹੈ ਰਾਜਾਂ ਦੀ ਵਿਧਾਨ ਸਭਾ। ਹਰਿਆਣਾ ਤਾਂ ਪਿਛਲੇ ਸਾਲ 11 ਦਿਨ ਹੀ ਸਾਰੇ ਸਾਲ 'ਚ ਹੋਏ। ਮੈਨੂੰ ਲੱਗਦਾ ਜੇ ਪੰਜਾਬ ਵੀ 16। ਜਿਹੜੀ ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀ ਸੀ ਕਿ 70 MLA ਤੋਂ ਉੱਪਰ ਦੀ ਜਿਹੜੀ ਵਿਧਾਨ ਸਭਾ ਹੈ ਉਹਨੂੰ ਘੱਟੋ ਘੱਟ 90 ਦਿਨ ਜਿਹੜੇ ਸੈਸ਼ਨ 'ਚ ਹੋਣਾ ਚਾਹੀਦਾ ਹੈ, ਔਰ ਤਾਂ ਕਿ ਉਹ ਲੋਕਾਂ ਦੇ ਮੁੱਦੇ ਸਹੀ ਤਰੀਕੇ ਦੇ ਨਾਲ ਉਸ ਪੱਧਰ 'ਤੇ ਉਠਾ ਦੇ। ਦੂਜੀ ਗੱਲ ਇਹ ਵੀ ਹੈ, ਇੱਕ ਦਲੀਲ ਇਹ ਦੇਖਣ ਵਾਲੀ ਹੈ ਕਿ ਅਸੀਂ ਜਿਹੜਾ ਸਾਡੇ ਭਾਰਤ ਦੇ ਸੰਵਿਧਾਨ 'ਚ ਪਾਰਲੀਮੈਂਟਰੀ ਸਿਸਟਮ ਲਿਆ ਉਹ ਇੰਗਲੈਂਡ ਤੋਂ ਪ੍ਰਭਾਵਿਤ ਹੋਇਆ, ਯੂਕੇ ਤੋਂ ਪ੍ਰਭਾਵਿਤ ਹੋਇਆ। ਯੂਕੇ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਸਮਾਂ ਕਿੰਨਾ ਹੋਣਾ ਹੈ ਸੈਸ਼ਨ ਦਾ ਚੱਲਣਾ ਹੈ, ਕਿੰਨਾ ਟਾਈਮ ਲਾਉਣਾ ਹੈ, ਸਿਟਿੰਗਾਂ ਕਿੰਨੀਆਂ ਹੋਣੀਆਂ ਨੇ, ਇਹ ਡਿਸਾਈਡ ਲੈਜਿਸਲੇਚਰ ਕਰਦੀ ਹੈ, ਵਿਧਾਨ ਪਾਲਿਕਾ ਕਰਦੀ ਹੈ।
ਸਾਡੇ ਦੇਸ਼ 'ਚ ਡਿਸਾਈਡ ਮੰਤਰੀ ਮੰਡਲ ਜਾਂ ਚੀਫ ਮਿਨਿਸਟਰ ਥਰੂ ਗਵਰਨਰ ਕਰਦਾ ਕਿ ਅਸੀਂ ਇੰਨੇ ਤੋਂ ਇੰਨੇ ਤੱਕ ਸੈਸ਼ਨ ਬੁਲਾਉਣਾ ਚਾਹੁੰਦੇ ਹਾਂ, ਤੇ ਉਹਦੇ ਹੀ ਬੰਦੇ ਫਿਰ ਬੈਠ ਕੇ ਆਪਸ ਦੇ ਵਿੱਚ ਗੱਲ ਕਰਕੇ ਕਿ ਟੈਨਿਓਰ ਫਿਕਸ ਕਰ ਦਿੰਦੇ ਨੇ। ਤੇ ਇਸ ਕਰਕੇ ਇਹ ਵੀ ਮੰਨਿਆ ਜਾਂਦਾ ਕਿ ਕਿਉਂਕਿ ਵਿਧਾਨ ਪਾਲਿਕਾ ਨੇ ਕਾਰਜਪਾਲਿਕਾ ਦੇ ਸਾਹਮਣੇ ਨੂੰ ਜਵਾਬਦੇਹ ਹੋਣਾ ਹੁੰਦਾ, ਵਿਧਾਨ ਪਾਲਿਕਾ ਨੇ ਲੋਕਾਂ ਦੀ ਨੁਮਾਇੰਦਗੀ ਕਰਨੀ ਹੁੰਦੀ ਹੈ ਕਿ ਅਸੀਂ ਤੁਹਾਡੇ ਜਿਹੜੇ ਮੰਤਰੀ ਨੇ, ਚੀਫ ਮਿਨਿਸਟਰ ਨੇ, ਪ੍ਰਧਾਨ ਮੰਤਰੀ ਨੇ, ਉਹਨਾਂ ਤੋਂ ਤੁਹਾਡੇ ਸਵਾਲਾਂ ਦਾ ਜਵਾਬ ਲੈ ਕੇ ਦੇਵਾਂਗੇ। ਤੇ ਇਸ ਪਾਸੇ ਵੀ ਵੱਲ ਵੀ ਇੱਕ ਧਿਆਨ ਦੇਣ ਦੀ ਲੋੜ ਹੈ। ਵੈਸੇ ਸਵਾਲ ਇਹ ਹੈ ਕਿ ਡੈਮੋਕ੍ਰੇਸੀ ਦਾ ਇੱਕ ਤਾਂ ਸਾਡੇ ਟ੍ਰੇਨਿੰਗ ਹੀ ਬੰਦ ਹੋ ਗਈ ਹੈ, ਸਾਡੇ MP ਤੇ MLA ਕੋਲ ਹੁਣ ਬੋਲਣ ਨੂੰ ਤੇ ਟ੍ਰੇਨਿੰਗ ਦੇ ਰੂਪ ਦੇ ਵਿੱਚ ਡਿਫਰੈਂਟ ਸਬਜੈਕਟਸ ਤੇ ਅਸੀਂ ਵੈਸਾਂ 'ਚ ਦੇਖਦੇ ਹਾਂ, ਆਮ ਬੋਲਚਾਲ 'ਚ ਉਹਨਾਂ 'ਚ ਦੇਖਦੇ ਹਾਂ, ਉਹ ਕੁਆਲਿਟੀ ਵੀ ਲਗਾਤਾਰ ਘਟਦੀ ਜਾ ਰਹੀ ਹੈ। ਸੈਸ਼ਨਾਂ ਦੇ ਵਿੱਚ ਜਿੰਨੇ ਹੰਗਾਮੇ ਬਿਨਾਂ ਮਤਲਬ ਵੀ ਕਈ ਵਾਰ ਹੁੰਦੇ ਨੇ, ਪਰਚੇ ਪਾੜਤੇ, ਮੈਕ ਪੱਟ ਤੇ, ਇੱਕ ਦੂਜੇ ਦੀਆਂ ਪੱਗਾਂ ਉਛਾਲਤੀਆਂ, ਇਹ ਵੀ ਵੱਧਦਾ ਜਾ ਰਿਹਾ ਹੈ ਕਿਉਂਕਿ ਸਾਡੇ ਕੋਲ ਜਦੋਂ ਆਰਗੂਮੈਂਟ ਘਟਦਾ, ਦਲੀਲ ਘਟ ਜਾਂਦੀ ਹੈ ਕਿਸੇ ਮੁੱਦੇ ਤੇ ਗੱਲ, ਔਰ ਸੱਤਾਧਾਰੀ ਧਿਰ ਵੀ ਐਸੀ ਹੁੰਦੀ ਜਾ ਰਹੀ ਹੈ ਕਿ ਉਹ ਗੱਲ ਸੁਣਦੀ ਵੀ ਨਹੀਂ ਹੈ ਕਈ ਵਾਰ ਇਕੱਲੇ ਬੰਦੇ ਦੀ ਜਾਂ ਘੱਟ MP ਵਾਲੇ ਪਾਰਟੀਆਂ ਦੀ। ਜਦੋਂ ਨਹੀਂ ਸੁਣਦੀ ਤਾਂ ਪ੍ਰਵੋਕ ਹੋ ਕੇ ਕਈ ਵਾਰ ਵੀ ਇਹੋ ਜਿਹਾ ਮਾਹੌਲ ਵਾਪਰਦਾ। ਇਸੇ ਕਰਕੇ ਸਾਡੇ ਜਿਹੜੇ ਕਾਨੂੰਨ ਬਣ ਰਹੇ ਨੇ ਹੁਣ, ਉਹ ਕਾਨੂੰਨ ਵੀ ਐਸੇ ਨੇ ਜਿਹੜੇ ਕਾਨੂੰਨਾਂ ਤੇ ਕੋਈ ਚਰਚਾ ਨਹੀਂ ਹੁੰਦੀ ਬਹੁਤੀ ਵਾਰੀ। ਪਿਛਲੀਆਂ ਜਿਹੜੀਆਂ ਮਤਲਬ ਲੋਕ ਸਭਾ ਦੀਆਂ ਚੋਣਾਂ ਜਾਂ ਉਹਨਾਂ ਦਾ ਟੈਨਿਓਰ ਲੰਘਿਆ, ਪਿਛਲੀ ਵਾਰ ਦੇ ਲਗਭਗ UPA ਦੇ ਜੇ ਗੌਰਮੈਂਟ ਦੇ ਸਮੇਂ ਵੀ ਲਈਏ ਤਾਂ 71% ਬਿੱਲ ਜਿਹੜੇ ਸੀ ਉਹ ਪਾਰਲੀਮੈਂਟਰੀ ਕਮੇਟੀ ਨੂੰ ਚਲੇ ਜਾਂਦੇ ਸੀ, ਕਿਉਂਕਿ ਪਾਰਲੀਮੈਂਟਰੀ ਕਮੇਟੀ ਕਿਹਾ ਜਾਂਦਾ ਬਿੱਲ ਇਕੱਲਾ ਪਾਰਲੀਮੈਂਟ ਨੇ ਐ ਨਹੀਂ ਬਣਾਉਣਾ ਹੁੰਦਾ ਕਿ ਸੱਤਾਧਾਰੀ ਧਿਰ ਨੇ ਪੇਸ਼ ਕਰਤਾ ਤੇ ਪਾਸ ਕਰ ਦਿਓ ਫਟਾਫਟ। ਉਹਦਾ ਮਤਲਬ ਹੈ ਕਈ ਵੇਲੇ ਇਹੋ ਜਿਹੇ ਮਤਲਬ ਵਿਸਥਾਰ ਮੰਗਦੇ ਹੁੰਦੇ ਨੇ, ਜ਼ਿਆਦਾ ਚਰਚਾ ਮੰਗਦੇ ਹੁੰਦੇ ਨੇ, ਤੇ ਉਹ ਪਾਰਲੀਮੈਂਟਰੀ ਕਮੇਟੀ ਨੂੰ ਚਲੇ ਜਾਂਦੇ ਨੇ। ਉਹਦੇ 'ਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ, ਉਹ ਪੂਰਾ ਸਾਲ 6 ਮਹੀਨੇ ਲਾ ਕੇ ਉੱਤੇ ਪੂਰੀ ਡਿਸਕਸ਼ਨ ਤੋਂ ਬਾਅਦ ਦੁਬਾਰਾ ਪੇਸ਼ ਹੁੰਦਾ ਤੇ ਫਿਰ ਉਹਨੂੰ ਪਾਸ ਕਰ ਦਿੱਤਾ ਜਾਂਦਾ। ਤੇ ਪਿਛਲੀ ਪਾਰਲੀਮੈਂਟ ਦੇ ਜਿਹੜੇ ਦੌਰਾਨ ਲਗਭਗ 71% ਬਿੱਲ ਜਿਹੜੀ UPA ਦੀ 2 ਟਰਮ ਸੀ ਉਹ ਸਿਲੈਕਟ ਇਹਨਾਂ ਨੂੰ ਪਾਰਲੀਮੈਂਟਰੀ ਕਮੇਟੀਆਂ ਨੂੰ ਜਾਂਦੇ ਰਹੇ। ਪਿਛਲੀ ਮੋਦੀ 16ਵੀਂ ਜਿਹੜੀ ਪਾਰਲੀਮੈਂਟ ਸੀ ਉਹ 'ਚ ਕੇਵਲ 26% ਗਏ ਨੇ ਉਹਨਾਂ ਨੂੰ, ਕਿਉਂਕਿ ਜਦੋਂ ਕੋਈ ਡਿਮਾਂਡ ਕਰਦਾ ਕਿ ਇਹ ਬਿੱਲ ਬਹੁਤ ਮਹੱਤਵਪੂਰਨ ਹੈ, ਇਹਨੂੰ ਉੱਥੇ ਭੇਜ ਦਿਓ, ਤੇ ਤੁਸੀਂ ਨਹੀਂ ਭੇਜਦੇ ਤਾਂ ਤੁਸੀਂ ਬਹੁਗਿਣਤੀ ਦੇ ਸਹਾਰੇ ਲੋਕਾਂ ਦੀ ਬਿੱਲ, ਲੋਕਾਂ ਦੀ ਇੱਛਾ ਸ਼ਕਤੀ ਨੂੰ ਦਰਕਨਾਰ ਕਰ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸੇ ਕਰਕੇ ਜਿਹੜਾ ਇਹ ਡੈਮੋਕ੍ਰੇਸੀ ਦਾ ਜਾਂ ਜਮਹੂਰੀਅਤ ਦਾ ਸੈਟਅਪ ਹੈ, ਇਹਦੇ ਤੇ ਦੁਬਾਰਾ ਸੋਚਣ ਦਾ ਸਵਾਲ ਹੈ। ਹਾਲਾਂਕਿ ਇਕੱਲੀ ਇਹਦੇ ਨਾਲ ਨਹੀਂ ਜੁੜੀ ਹੋਈ ਜਮਹੂਰੀਅਤ, ਹੋਰਾਂ ਕਾਰਨਾਂ ਕਰਕੇ ਵੀ ਲਗਾਤਾਰ ਕਰਟੇਲ ਹੋ ਰਹੀ ਹੈ। ਪਾਰਟੀ ਕਲਚਰ ਸਾਡਾ ਇਹੋ ਜਿਹਾ ਬਣ ਗਿਆ ਕਿ ਇੱਕ ਲੀਡਰ ਜਾਂ ਪਰਿਵਾਰ ਸਟਰੋਂਗ ਹੈ, ਬਾਕੀ ਦੀ ਸੱਦ ਪੁੱਛੀ ਉਹਦੇ 'ਚ ਹੈ ਨਹੀਂ ਫੈਸਲੇ ਕਰਨ ਦੇ ਵਿੱਚ। ਤਾਂ ਪਾਰਲੀਮੈਂਟ ਦੇ ਵਿੱਚ ਵੀ ਹੁਣ ਮੰਤਰੀਆਂ 'ਚ ਵੀ ਇਹੀ ਹੋ ਗਿਆ, ਜੇ ਸਟਰੋਂਗ ਲੀਡਰ ਪ੍ਰਧਾਨ ਮੰਤਰੀ ਹੈ ਤਾਂ ਬਾਕੀ ਮੰਤਰੀਆਂ ਦੀ ਚਲਦੀ ਹੋਣੀ ਨਾ ਪੁੱਛਦਾ। ਜੇ ਚੀਫ ਮਿਨਿਸਟਰ ਹੈ ਇਹੋ ਜਿਹਾ ਜਿਹੜਾ ਬਾਕੀਆਂ ਦੀ ਨਹੀਂ ਸੁਣਨ ਲਈ ਤਿਆਰ, ਤਾਂ ਬਾਕੀਆਂ ਦੀ ਨਹੀਂ ਸੁਣੀ ਜਾਂਦੀ, ਚਾਹੇ ਉਹ ਮੰਤਰੀ ਹੋਵੇ ਚਾਹੇ ਉਹ MLA ਹੋਵੇ। ਆਪਾਂ ਰੋਜ਼ ਰੌਲੇ ਪੈਂਦੇ ਦੇਖਦੇ ਹਾਂ, ਪੰਜਾਬ ਦੀ ਚਾਹੇ ਮਾਮਲਾ ਹੋਵੇ ਚਾਹੇ ਦਿੱਲੀ ਦਾ ਮਾਮਲਾ ਹੋਵੇ, ਜਿਸ ਲੈਵਲ 'ਤੇ ਵੀ ਇਹ ਚੱਲਦੇ ਨੇ। ਔਰ ਇਸੇ ਕਰਕੇ ਇਹ ਹੈ ਕਿ ਡੈਮੋਕ੍ਰੇਸੀ ਦਾ ਜੇ ਅਸੀਂ ਚੋਣ ਕੀਤੀ ਹੈ ਤਾਂ ਇਹ ਵਧਣੀ ਚਾਹੀਦੀ ਸੀ, ਇਹ ਵਧਣੀ ਦੀ ਬਜਾਏ ਘਟ ਰਹੀ ਹੈ। ਇਸ ਪਾਰਲੀਮੈਂਟ ਦੇ ਵਿੱਚ ਤਾਂ ਹੋਰ ਵੀ ਬਹੁਤ ਮਹੱਤਵਪੂਰਨ ਮੁੱਦੇ ਨੇ, ਜੇ ਉਹਨਾਂ 'ਤੇ ਸੀਰੀਅਸ ਚਰਚਾ ਨਾ ਹੋਈ ਤਾਂ ਦੇਸ਼ ਦੇ ਵਿੱਚ ਬਹੁਤ ਵੱਡੀ ਬੇਚੈਨੀ ਪੈਦਾ ਹੋਣ ਦੀ ਸੰਭਾਵਨਾ ਹੈ। ਤੇ ਉਹਨਾਂ ਮੁੱਦਿਆਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, ਜਿਹੜੇ ਇਹਨਾਂ ਨੇ ਆਰਡੀਨੈਂਸ ਲਿਆਂਦੇ ਨੇ, ਖੇਤੀ ਨਾਲ ਸੰਬੰਧਿਤ 3 ਆਰਡੀਨੈਂਸ ਜਿਹੜੇ ਫੈਡਰਲ ਸਿਸਟਮ ਨੂੰ ਬਹੁਤ ਬੁਰੀ ਸੱਟ ਮਾਰਨ ਵਾਲੇ ਨੇ, ਜੇ ਉਹ ਇਸੇ ਤਰ੍ਹਾਂ ਆ ਕੇ ਪਾਸ ਕਰ ਦਿੱਤੇ ਜਾਂਦੇ ਨੇ ਪਾਰਲੀਮੈਂਟ ਦੇ ਵਿੱਚ, ਬਹਿਸ ਲਈ ਪ੍ਰੋਪਰ ਜਗ੍ਹਾ ਟਾਈਮ ਨਹੀਂ ਜਾਂ ਕੁਝ ਨਹੀਂ ਹੁੰਦਾ, ਤਾਂ ਇਹ ਬਹੁਤ ਵੱਡਾ ਦੇਸ਼ ਦੇ ਫੈਡਰਲ ਢਾਂਚੇ ਨਾਲ ਧਰੋਹ ਵੀ ਹੋਏਗਾ ਤੇ ਇਹਦੀ ਤੇ ਗੱਲ ਵੀ ਲੋਕਾਂ ਦੀ ਨਹੀਂ ਹੋ ਪਾਏਗੀ। ਬਿਜਲੀ ਬਿੱਲ 2020, ਸੋਧ ਬਿੱਲ 2020, ਜਿਹਨੇ ਦੇਸ਼ ਦੇ ਇਕੱਲੇ ਪਰਿਵਾਰ ਨੂੰ ਪ੍ਰਭਾਵਿਤ ਕਰਨਾ ਹੈ, ਤੇ ਜੇ ਉਹ ਪਾਸ ਹੋ ਜਾਂਦਾ ਹੈ ਤਾਂ ਉਸੇ ਤਰੀਕੇ ਦੇ ਨਾਲ ਘੱਟ ਤੋਂ ਮਤਲਬ ਐਡੇ ਲੋਕਾਂ ਦੀ ਜ਼ਿੰਦਗੀ ਨਾਲ ਮਹੱਤਵਪੂਰਨ ਬਿੱਲ ਨੇ। ਔਰ ਇਹਦੇ ਨਾਲ ਇਦੋਂ ਪਹਿਲੇ ਬਿੱਲ ਵੀ ਜਿਹੜੇ ਪਾਸ ਹੋਏ, ਚਾਹੇ ਉਹ 370 ਦਾ ਖਤਮ ਕਰਕੇ ਕਸ਼ਮੀਰ ਦਾ ਸਵਾਲ ਸੀ, ਚਾਹੇ ਉਹ ਕੌਮੀ ਨਾਗਰਿਕਤਾ ਦਾ ਜਿਹੜਾ ਸਵਾਲ ਸੀ ਉਹ ਸੀ, ਇਹ ਬਿੱਲ ਵੀ ਜਿਸ ਤਰੀਕੇ ਦੇ ਨਾਲ ਪਾਸ ਹੋਏ, ਬਹੁਗਿਣਤੀ ਦੇ ਬਲਡੋਜ਼ ਕਰਨ ਦੇ ਤਰੀਕੇ ਨਾਲ, ਜਿਹੜੇ ਸਿਲੈਕਟ ਕਮੇਟੀ ਨੂੰ ਜਾਣੇ ਚਾਹੀਦੇ ਸੀ, ਉਸ ਪੱਧਰ 'ਤੇ ਇੱਕ ਚਰਚਾ ਹੋਣੀ ਚਾਹੀਦੀ ਸੀ, ਨਹੀਂ ਹੋਈ, ਤਾਂ ਉਹਦਾ ਨੁਕਸਾਨ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਕਸ਼ਮੀਰੀ ਲੋਕਾਂ ਦੇ ਅੰਦਰ ਜਿਹੜਾ ਮਤਲਬ ਵੱਖਰੇਪਣ ਦੀ ਭਾਵਨਾ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਡੇ ਸਾਹਮਣੇ ਆ। ਉੱਥੇ ਸ਼ਾਹੀਨ ਬਾਗ ਦਾ ਐਡਾ ਵੱਡਾ ਮੋਰਚਾ ਲੱਗਿਆ, ਕਰੋਨਾ ਦੇ ਨਾਂ 'ਤੇ ਤੁਸੀਂ ਉਹਨੂੰ ਦਬਾਉਣ ਦੀ ਟਰਾਈ ਕਰ ਰਹੇ ਹੋ। ਹੁਣ ਵਾਲੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਉਹਨਾਂ ਨੂੰ ਵੀ ਕਰੋਨਾ ਦੇ ਨਾਂ 'ਤੇ ਕਰ ਰਹੇ ਹੋ, ਪਰ ਲੋਕਾਂ ਦੀ ਭਾਵਨਾ, ਲੋਕਾਂ ਦੀ ਗੱਲ ਸੁਣਨੀ ਪਏਗੀ। ਹਮੀਰ ਜੀ, ਹੁਣ ਜਿਵੇਂ ਤੁਸੀਂ ਦੱਸਿਆ ਵੀ ਕਿ ਪਹਿਲਾਂ ਵੀ ਬਹੁਤ ਸਾਰੇ ਬਿੱਲ ਹੈ ਜਿਹੜੇ ਬਿਨਾਂ ਬਹਿਸ ਤੋਂ ਜਿਹੜੇ ਹੈਗੇ ਪਾਸ ਹੁੰਦੇ ਰਹੇ ਨੇ, ਤੇ ਹੁਣ ਵੀ ਜਿਹੜਾ ਹੈਗਾ ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਜਿਹੜੀ ਕਿ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਔਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਉਹ ਦੂਜੇ ਪਾਸੇ ਦੇਖੀਏ ਖੇਤੀ ਆਰਡੀਨੈਂਸ ਦੀ ਗੱਲ ਕਰ ਲਈਏ, ਬਿਜਲੀ ਸੋਧ ਬਿੱਲ ਦੀ ਗੱਲ ਕਰ ਲਈ, ਜਾਂ ਹੋਰ ਵੀ ਅਨੇਕਾਂ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ 'ਤੇ ਬਹਿਸ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਪਾਰਲੀਮੈਂਟ ਦੇ ਵਿੱਚ ਬਹਿਸ ਨੂੰ ਜਿਹੜਾ ਹੈਗਾ ਸਮਾਂ ਬੜਾ ਘਟਦਾ ਜਾ ਰਿਹਾ ਵੀ ਕਿ ਇਸ ਨੂੰ ਕਿਵੇਂ ਦੇਖਿਆ ਜਾਏਗਾ। ਉਹਦੇ 'ਚ ਬਿਲਕੁਲ ਠੀਕ ਹੈ। ਹੁਣ ਨਵੀਂ ਐਜੂਕੇਸ਼ਨ ਪਾਲਿਸੀ ਵੀ ਆ ਗਈ, ਸਾਰੀਆਂ ਚੀਜ਼ਾਂ ਨੇ, ਔਰ ਉਹਦੇ 'ਤੇ ਇੱਕ ਚਰਚਾ, ਵੈਸੇ ਤਾਂ ਇਹ ਚੀਜ਼ਾਂ ਆਉਣੀਆਂ ਹੀ, ਆਰਡੀਨੈਂਸ ਆਪਦੇ ਆਪ 'ਚ ਲਿਆਉਣੇ ਜਾਂ ਬਾਕੀ ਨੇ, ਇਹੀ ਅਨਡੈਮੋਕ੍ਰੈਟਿਕ ਐਟੀਟਿਊਡ ਹੈ। ਆਰਡੀਨੈਂਸਾਂ ਬਾਰੇ ਇਹ ਪ੍ਰੋਵੀਜ਼ਨ ਹੈਗੀ ਹੈ ਕਿ ਜੇ ਪਾਰਲੀਮੈਂਟ ਜਾਂ ਵਿਧਾਨ ਸਭਾ ਸੈਸ਼ਨ 'ਚ ਨਹੀਂ ਹੈ, ਸਰਕਾਰਾਂ ਨੂੰ ਇੱਕ ਹੱਕ ਹੈ ਕਿ ਤੁਸੀਂ ਆਰਡੀਨੈਂਸ ਲਿਆ ਸਕਦੇ ਹੋ, ਪਰ ਉਹਦੇ 'ਚ ਅਰਜੈਂਸੀ ਸ਼ੋਅ ਕਰਨੀ ਪਏਗੀ ਕਿ ਤੁਰੰਤ ਜ਼ਰੂਰੀ ਹੈ। ਮੰਨ ਲਓ ਇਹ ਸੈਸ਼ਨ ਤੋਂ ਪਹਿਲਾਂ ਅੱਜ ਤੱਕ ਕੀ ਤੁਰੰਤ ਜ਼ਰੂਰੀ ਹੈ ਜੀ ਆਰਡੀਨੈਂਸ, ਖੇਤੀ ਆਰਡੀਨੈਂਸਾਂ ਲਈ ਇੱਥੋਂ ਕੀ ਫਰਕ ਪੈ ਜਾਂਦਾ, ਇੱਥੋਂ ਜਿਹੜਾ ਦੇਸ਼ 'ਤੇ ਬਹੁਤ ਜ਼ਿਆਦਾ ਸੰਕਟ ਆ ਜਾਣਾ ਸੀ ਜੇ ਆਰਡੀਨੈਂਸ ਨਾ ਆਉਂਦੇ, ਜੇ ਬਿੱਲ ਦੇ ਰੂਪ ਦੇ ਵਿੱਚ ਆਉਂਦੇ। ਇਸ ਕਰਕੇ ਉਹ ਜਿਹੜੀ ਮਾਈਂਡ ਸੈੱਟ ਹੈ ਤੁਹਾਡਾ, ਮਾਈਂਡ ਸੈੱਟ ਜਿਹੜਾ ਤਾਕਤ ਨੂੰ ਆਪਣੇ ਕੋਲੇ ਰੱਖਣ ਦਾ ਵੀ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ, ਉਸ ਪਾਸੇ ਵੱਲ ਨੂੰ ਲੈ ਕੇ ਜਾਂਦਾ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਜਮਹੂਰੀ ਢਾਂਚੇ ਦੇ ਵਿੱਚੋਂ ਬਾਹਰ ਹੁੰਦੇ ਜਾ ਰਹੇ ਹੋ, ਲੋਕਾਂ ਦੀ ਸੁਣਵਾਈ ਨਹੀਂ ਹੁੰਦੀ, ਨਿਆਂ ਨਹੀਂ ਹੁੰਦਾ, ਕੋਰਟਾਂ ਦੇ ਵਿੱਚ ਵੀ ਤੁਹਾਡੇ ਸਾਹਮਣੇ ਆ, ਫਿਰ ਐਟੀਟਿਊਡ ਸੰਸਥਾਵਾਂ ਦਾ ਉਧਰਲਾ ਬਣ ਜਾਂਦਾ ਹੈ। ਔਰ ਜਿਹੜੇ ਪ੍ਰਸ਼ਾਂਤ ਭੂਸ਼ਣ ਦਾ ਮਾਮਲਾ ਜਾਂ ਡਾਕਟਰ ਕਾਫੀਲ ਦਾ ਮਾਮਲਾ ਜਿਹੜਾ ਹੁਣ ਉਹਨਾਂ ਨੂੰ ਛੱਡਿਆ ਗਿਆ ਇੰਨੇ ਸਮੇਂ ਬਾਅਦ, ਇਲਾਹਾਬਾਦ ਹਾਈ ਕੋਰਟ ਨੇ ਇੰਨੇ ਟਿੱਪਣੀਆਂ ਕੀਤੀਆਂ ਨੇ ਕਿ ਤੁਸੀਂ ਕੀ ਕਰ ਰਹੇ ਹੋ ਇਹ ਸਾਰੇ ਮਾਮਲੇ ਦੇ ਉੱਤੇ। ਔਰ ਇਹਦੇ ਵਿੱਚ ਤਾਂ ਬੁਨਿਆਦੀ ਲਾਅ ਫਿਰ ਇਹ ਹੈ ਕਿ ਜਿਹੜਾ UAPA ਵਰਗਾ ਐਕਟ ਹੈ, ਜਿਹਦੇ ਤੇ NSA ਡਾਕਟਰ ਕਫੀਲ ਤੇ ਲਾਤਾ ਜਾਂ ਬਾਕੀ ਕੁੜੀਆਂ ਤੇ ਲਾਇਆ ਹੋਇਆ, ਜਿਹੜਾ ਉਹ ਸਾਰੇ ਮਾਮਲੇ ਦੇ ਵਿੱਚ ਰਿਵਿਊ ਕਰਨ ਦੀ ਲੋੜ ਹੈ। UAPA ਤੇ ਵੀ ਦੁਬਾਰਾ ਡਿਬੇਟ ਹੋਣੀ ਚਾਹੀਦੀ ਹੈ, NIA ਤੇ ਵੀ ਡਿਬੇਟ ਹੋਣੀ ਚਾਹੀਦੀ ਹੈ। ਪਰ ਇਹਦੇ ਨਾਲ ਨਾਲ ਅਸੀਂ ਕੀ ਕਰ ਰਹੇ ਹਾਂ, ਅਸੀਂ ਸਭ ਕੰਮ ਨੂੰ ਇਜਾਰੇਦਾਰੀ ਤਰੀਕੇ ਨਾਲ ਕਰ ਰਹੇ ਹਾਂ। ਵੋਟਾਂ ਦਾ ਸਵਾਲ ਹੈ, ਹੁਣ ਲੋਕਾਂ ਨੂੰ ਇਸ ਦੇਸ਼ ਦੇ ਵਿੱਚ 5 ਸਾਲਾਂ ਬਾਅਦ ਇੱਕ ਦਿਨ ਵੋਟ ਦੇ ਕੇ ਜਮਹੂਰੀਅਤ 'ਚ ਸ਼ਾਮਲ ਹੋਣ ਦਾ ਹੱਕ ਹੈ। 50 ਸਾਲਾਂ ਬਾਅਦ ਬਾਕੀ ਟਾਈਮ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ, ਬਾਕੀ ਟਾਈਮ ਤਾਂ ਸੁਣਵਾਈ ਹੈ ਹੀ ਨਹੀਂ। ਤਾਂ ਉਹ ਬੰਦੇ ਕਹਿ ਰਹੇ ਨੇ ਵੀ ਵੋਟ ਦਾ ਸਵਾਲ ਹੈ ਜੀ। ਵੋਟ ਵੀ ਹੁਣ ਤਾਂ ਬਲਕਿ ਸਵਾਲ ਇਹੀ ਨਹੀਂ ਕਿ ਲੋਕ ਆਪਣੀ ਮਰਜ਼ੀ ਨਾਲ ਪਾਉਂਦੇ ਨੇ, ਹੁਣ ਤਾਂ ਵੋਟ ਵੀ ਪ੍ਰਚਾਰ ਮਾਧਿਅਮਾਂ ਦਾ ਜਿਹੜਾ ਰੌਲਾ ਪੈ ਰਿਹਾ ਸਭ ਦੇ ਸਾਹਮਣੇ ਹੈ ਕਿ ਕਿਵੇਂ ਜਿਹੜਾ ਮੇਨ ਧਿਰ ਹੁੰਦੀ ਹੈ ਉਹ ਆਪਣੇ ਪੱਖ 'ਚ ਇਸਤੇਮਾਲ ਕਰ ਲੈਂਦੀ ਹੈ, ਕਿੰਨਾ ਪੈਸਾ ਉਹਦੇ 'ਚ ਚੱਲਦਾ ਹੈ, ਕਿੰਨਾ ਨਸ਼ਾ ਉਹਦੇ 'ਚ ਚੱਲਦਾ ਹੈ, ਕਿਸ ਤਰ੍ਹਾਂ ਦੀ ਮੈਨੇਜਮੈਂਟ ਉਹਦੇ 'ਚ ਹੁੰਦੀ ਹੈ। ਤੁਸੀਂ ਵੋਟਾਂ ਨੂੰ ਵੀ ਮੈਨੇਜ ਕਰਦੇ ਹੋ, ਤੁਸੀਂ ਲੋਕਾਂ ਦੀ ਰਾਏ ਉਸ ਲੈਵਲ 'ਤੇ ਨਹੀਂ ਲੈ ਰਹੇ। ਇਸ ਕਰਕੇ ਜਿਹੜਾ ਚੋਣ ਸੁਧਾਰਾਂ ਦਾ ਮੁੱਦਾ ਵੀ ਡੈਮੋਕ੍ਰੇਸੀ ਦਾ ਬਹੁਤ ਬੜਾ ਮੁੱਦਾ ਹੈ ਕਿ ਲੋਕ ਕਿਸੇ ਨੂੰ 2 ਵਾਰੀ ਤੋਂ ਵੱਧ ਚੁਣੇ ਜਾਣ ਦਾ ਹੱਕ ਨਾ ਹੋਵੇ, ਲੋਕਾਂ ਨੂੰ ਆਪਣੇ ਚੁਣੇ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਹੱਕ ਮਿਲੇ ਕਿ ਜੇ ਤੁਹਾਨੂੰ ਚੁਣਤਾ ਇਹਦਾ ਮਤਲਬ ਨਹੀਂ ਕਿ 5 ਸਾਲ ਤੋਂ ਜੋ ਮਰਜ਼ੀ ਸਿਰ 'ਚ ਗਲੀਆਂ ਕਰੇ ਲੋਕਾਂ ਦੇ, ਫਿਰ ਵੀ ਤੂੰ MP ਰਹੇਗਾ, MLA ਰਹੇਗਾ, ਤਾਂ ਕਿਉਂ ਰਹੇਗਾ। ਲੋਕਾਂ ਨੂੰ ਇਹ ਹੱਕ ਮਿਲਣਾ ਚਾਹੀਦਾ ਕਿ ਉਹਨਾਂ ਨੂੰ ਵਾਪਸ ਬੁਲਾਉਣ ਦਾ ਹੱਕ ਹੋਵੇ। ਔਰ ਪੈਸਾ ਤੇ ਜਿਹੜਾ ਨਸ਼ਾ ਇਹ ਕਿਵੇਂ ਬੰਦ ਹੋਵੇ, ਇਹ ਚੋਣ ਕਮਿਸ਼ਨ ਵੀ ਬੜੀ ਵਾਰ ਕਹਿ ਚੁੱਕਿਆ ਕਿ ਇਹ ਬੰਦ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਇਸ ਗੱਲ ਨਾਲ ਜੁੜੀਆਂ ਨੇ। ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ, ਦਲ ਬਦਲੀ ਵਿਰੋਧੀ ਕਾਨੂੰਨ, ਉਹਨੇ ਘਸਿਆਰੇ ਬਣਾਤੇ ਪਾਰਟੀਆਂ ਦੇ ਵਰਕਰ, ਪਾਰਟੀ ਪ੍ਰਧਾਨਾਂ ਦੇ ਮੂਹਰੇ, ਕਿਉਂਕਿ ਉਹਨਾਂ ਨੂੰ ਪਤਾ ਜੇ ਪਾਰਟੀ ਪ੍ਰਧਾਨ ਮੂਹਰੇ ਬੋਲੇ ਤਾਂ ਅਗਲੀ ਟਿਕਟ ਨਹੀਂ ਮਿਲੂਗੀ। ਤੇ ਟਿਕਟ ਸਭ ਲਈ ਇੱਕ ਇਹ ਗੱਲ ਬਣ ਗਈ, ਜੇ ਟਿਕਟ ਨਾ ਮਿਲੀ, ਮੈਂ MLA ਨਾ ਬਣਿਆ, MP ਨਾ ਬਣਿਆ, ਤਾਂ ਜੇਬਾਂ ਕਿੱਥੋਂ ਭਰੂੰਗਾ। ਮਤਲਬ ਹੁਣ MP MLA ਬਣੇ ਬਿਨਾਂ ਪੋਲੀਟਿਕਸ ਹੈ ਹੀ ਨਹੀਂ, ਸਾਨੂੰ ਲੱਗਦਾ ਕਿ ਕੋਈ ਸਿਆਸਤ ਹੀ ਨਹੀਂ ਹੋ ਰਹੀ ਤੇ ਮੇਰਾ ਬਣਨਾ ਜ਼ਰੂਰੀ ਹੈ। ਇਸੇ ਕਰਕੇ ਹੌਲੀ ਹੌਲੀ ਅਸੈਂਬਲੀਆਂ ਪਾਰਲੀਮੈਂਟਾਂ 'ਚ ਜਗ੍ਹਾ ਕਰੋੜਪਤੀਆਂ ਲਈ ਬਚ ਗਈ, ਗਰੀਬ ਬੰਦਿਆਂ 'ਚੋਂ ਹੁਣ ਬੰਦੇ ਹੀ ਨਹੀਂ ਜਾਂਦੇ। ਜਦੋਂ ਐਡੇ ਵੱਡੇ ਸੈਕਸ਼ਨ 'ਚੋਂ ਉਹੀ ਪਾਰਲੀਮੈਂਟ ਔਰਤਾਂ ਦਾ 33% ਬਿੱਲ ਜਿਹੜਾ ਹੈ ਉਹ 3 ਦਹਾਕਿਆਂ ਤੋਂ ਪੈਂਡਿੰਗ ਪਿਆ ਹੋਇਆ, ਉਹ 'ਤੇ ਚਰਚਾ ਕਰਕੇ ਬਰਾਬਰ ਦੀ ਉਹਨਾਂ ਨੂੰ ਹਿੱਸੇਦਾਰੀ ਦੇਣ ਲਈ ਤਿਆਰ ਨਹੀਂ ਹੈ। ਇਸੇ ਤਰ੍ਹਾਂ ਗਰੀਬ ਲੋਕਾਂ ਦੀ ਪਾਰਟੀਸਪੇਸ਼ਨ ਕਰਾਉਣ ਲਈ ਤਿਆਰ ਨਹੀਂ ਹੈ। ਤਾਂ ਫਿਰ ਕਿਹੜੀ ਡੈਮੋਕ੍ਰੇਸੀ ਨੂੰ ਅੱਗੇ ਵਧਾਇਆ ਜਾ ਰਿਹਾ। ਬਲਕਿ ਡੈਮੋਕ੍ਰੇਸੀ ਅੱਗੇ ਵਧਣੀ ਚਾਹੀਦੀ ਹੈ ਪ੍ਰਤੀਨਿਧ ਕਿਸਮ ਦੀ ਡੈਮੋਕ੍ਰੇਸੀ ਦੀ ਬਜਾਏ ਹਿੱਸੇਦਾਰੀ ਵਾਲੀ ਜਮਹੂਰੀਅਤ, ਪਾਰਟੀਸਪੇਟਰੀ ਡੈਮੋਕ੍ਰੇਸੀ ਵੱਲ ਆਉਣਾ ਚਾਹੀਦਾ। ਇੱਥੇ ਬੜੀ ਵੱਡੀ ਡਿਬੇਟ ਕੰਟਰੀ 'ਚ ਨਹੀਂ, ਕੱਲੀ ਪਾਰਲੀਮੈਂਟ 'ਚ ਨਹੀਂ, ਕੱਲੀ ਅਸੈਂਬਲੀਆਂ ਦੇ ਵਿੱਚ ਨਹੀਂ, ਪੂਰੀਆਂ ਗ੍ਰਾਮ ਸਭਾਵਾਂ ਤੋਂ ਲੈ ਕੇ ਵਾਰਡ ਸਭਾਵਾਂ ਤੋਂ ਲੈ ਕੇ ਪੂਰੀਆਂ ਲੋਕਾਂ ਦੇ ਸੱਥਾਂ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਜੇ ਲੋਕ ਜਾਗਰੂਕ ਹੋਣਗੇ, ਜਿੰਨਾ ਕੋ ਆਪਣੇ ਅਧਿਕਾਰਾਂ ਦੀ, ਆਪਣੇ ਹੱਕਾਂ ਦੀ, ਆਪਣੇ ਮਨੁੱਖੀ ਜਿਹੜੇ ਅਧਿਕਾਰਾਂ ਦੇ ਸੰਬੰਧ ਵਿੱਚ ਬਣੇ ਹੋਏ ਕਾਨੂੰਨ ਨੇ ਉਹਨਾਂ ਬਾਰੇ ਜਾਗਰੂਕ ਹੋਣਗੇ, ਉਹਨਾਂ ਦੀ ਗੱਲ ਕਰਨਗੇ, ਉਹਨਾਂ ਕੀ ਜਮਹੂਰੀਅਤ ਸਰਵਾਈਵ ਕਰੇਗੀ। ਇਹ ਲੋਕਾਂ ਦੇ ਪਾਲੇ 'ਚ ਹੁਣ ਗੇਂਦ ਹੈ ਜਾਂ ਉਹਨਾਂ ਜਥੇਬੰਦੀਆਂ, ਉਹਨਾਂ ਪਾਰਟੀਆਂ ਦੇ ਪਾਲੇ 'ਚ ਗੇਂਦ ਹੈ ਜਿਹੜੇ ਜਮਹੂਰੀਅਤ ਨੂੰ ਵਧਾਉਣਾ ਚਾਹੁੰਦੇ ਨੇ, ਲੋਕਾਂ ਨੂੰ ਸਸ਼ਕਤੀਕਰਨ ਦੇਣਾ ਚਾਹੁੰਦੇ ਨੇ, ਲੋਕਾਂ ਨੂੰ ਇੰਪਾਵਰ ਕਰਨਾ ਚਾਹੁੰਦੇ ਨੇ। ਉਹੀ ਫੈਡਰਲਿਜ਼ਮ, ਉਹੀ ਵਾਰਡਾਂ ਤੇ ਪਿੰਡਾਂ ਨੂੰ ਅਧਿਕਾਰਾਂ ਦਾ ਸਵਾਲ ਦੀ ਗੱਲ ਕਰਨਗੇ। ਇਹ ਸਵਾਲ ਹੈ ਡੈਮੋਕ੍ਰੇਸੀ ਨੂੰ ਬਚਾਉਣ ਦਾ, ਇਹਦੇ ਨਾਲ ਜੋੜਦੇ ਹੋਏ ਕਿ ਸੈਸ਼ਨ ਲੰਮਾ ਸਮਾਂ ਚੱਲਣ, ਸਭ ਨੂੰ ਮੌਕਾ ਮਿਲੇ, ਲੋਕਾਂ ਦੇ ਜਿਹੜੇ ਨਾਲ ਸੰਬੰਧਿਤ ਕਾਨੂੰਨ ਨੇ ਉਹ
ਪਬਲਿਕ ਸੱਥਾਂ ਦੇ ਵਿੱਚ ਵੀ ਚਰਚਾ ਹੋਣ ਤੇ ਪਾਰਲੀਮੈਂਟ 'ਚ ਵੀ ਉਹਨਾਂ ਨੂੰ ਪੂਰਾ ਮੌਕਾ ਮਿਲਣਾ ਚਾਹੀਦਾ ਔਰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਐਡੇ ਵੱਡੇ ਜਿਹੜੇ ਬਨਸਬਨਤਾ ਵਾਲੇ ਦੇਸ਼ ਦੇ ਵਿੱਚ ਜੇ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਡੈਮੋਕ੍ਰੇਸੀ ਲਈ, ਨਾ ਦੇਸ਼ ਲਈ ਤੇ ਨਾ ਲੋਕਾਂ ਲਈ ਫਾਇਦੇਮੰਦ ਨਹੀਂ ਹੋਏਗਾ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਦੇਸ਼ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਜਮਹੂਰੀਅਤ ਦਾ ਕਤਲ ਹੁੰਦਾ ਜਾ ਰਿਹਾ। ਇਸ ਵੱਲ ਧਿਆਨ ਦੇਣ ਦੀ ਲੋੜ ਹੈ, ਵਿਚਾਰ ਕਰਨ ਦੀ ਲੋੜ ਹੈ, ਸੋਚਣ ਦੀ ਲੋੜ ਹੈ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।